दोस्तों हाजिर एक होर वीडियो रिपोर्ट लैके चैनल रितेश लखी अनप्लग दी अज दी इस वीडियो रिपोर्ट विच मैं गल करांगा नैशनल इन्वेस्टिगेशन एजेंसी यानी कि NIA ਵੱਲੋਂ गैंगस्टਰਾਂ क्रिमिनल्स ते वखवादियों खिलाफ टैररिस्ट खिलाफ एक्सट्रीमिस्ट खिलाफ जिहड़ा शिकंजा कसिया जा रहा है। शिकंजा कसे जाण दा एक सब तो मेजर हथियार NIA ਨੂੰ ਅਨਲॉफुल एक्टिविटीज प्रिवेंशन एक्ट 1967 ਦੇ ਉਸ एक्ट ਦਾ ਸੈਕਸ਼ਨ 25 ਤੇ ਸੈਕਸ਼ਨ 26 ਸੈਕਸ਼ਨ 33 ਇਹ ਤਿੰਨ ਜਿਹੇ ਸੈਕਸ਼ਨ ਨੇ ਜੋ ਕਿ ਪ੍ਰੋਸੀਡਸ ਆਫ ਟੈਰਰਿਜ਼ਮ ਯਾਨੀ ਕਿ ਅਤਵਾਦੀ ਦਹਿਸ਼ਤਗਰਦੀ ਵਾਰਦਾਤਾਂ ਤੋਂ ਜੇ ਕੋਈ ਅਜਿਹੀ ਕਾਲੀ ਕਮਾਈ ਕੀਤੀ ਗਈ ਹੈ ਉਹਨਾਂ ਕਮਾਈਆਂ ਜਾਂ ਉਹਨਾਂ ਸੰਪਤੀਆਂ ਨੂੰ ਕਨਫਿਸਕੇਟ ਕਰਨ, ਸੀਜ਼ ਕਰਨ, ਅਟੈਚ ਕਰਨ ਜਾਂ ਫੋਰਫਿਟ ਕਰਨ। ਅਲੱਗ-ਅਲੱਗ ਟਰਮਸ ਹੈਗੇ ਨੇ ਲੇਕਿਨ ਮੋਟਾ-ਮੋਟਾ ਮਤਲਬ ਇਹਨਾਂ ਦਾ ਹੈ ਕਿ ਸੰਪਤੀਆਂ ਨੂੰ ਜ਼ਬਤ ਕਰਨਾ, ਸੰਪਤੀਆਂ ਨੂੰ कब्जे में लेना ते कुर्क कर लेना। सो एक पूरा का पूरा प्रोसेस है जिस तहत कि UAPA 1967 के इस एक्ट के इन्हां प्रोविजनस नूं वरत के NIA ने दुनिया भर दे विच भारत छड्ड के विदेशों विच जा चुके दहशतगर्द या फिर क्रिमिनल अंसर गैंगस्टर जो कि इन्हां दहशतगर्दां दे नाल रल के कार्रवाइयां करते पे ने ਉਹਨਾਂ ਦੇ ਖਿਲਾਫ ਉਹਨਾਂ ਦੀਆਂ ਸੰਪਤੀਆਂ ਨੂੰ ਜ਼ਬਤ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਹੈ। ਇਸ ਲੜੀ ਦੇ ਬਾਰੇ ਆਪਾਂ ਪਿਛਲੇ ਮਹੀਨੇ ਵੀ ਇੱਕ ਵੀਡੀਓ ਬਣਾਇਆ ਸੀ ਜਿਸ ਵਿੱਚ ਗੈਂਗਸਟਰ ਲਖਬੀਰ ਸਿੰਘ ਲੰਡਾ ਹਰੀਕੇ ਦੀ ਕੁਝ ਏਕੜ ਜਿਹੜੀ ਜ਼ਮੀਨ ਰਕਬਾ ਉਸ ਦੇ ਨਾਂ ਉੱਤੇ ਆਂਦਾ ਸੀ ਉਸ ਨੂੰ ਕਨਫਿਸਕੇਟ ਕਰਨ ਬਾਰੇ ਰਿਪੋਰਟ ਨਸ਼ਰ ਕੀਤੀ ਗਈ ਸੀ। ਉਸ ਰਿਪੋਰਟ ਦੇ ਕਮੈਂਟ ਸੈਕਸ਼ਨ ਵਿੱਚ ਬਹੁਤ ਲੋਕਾਂ ਨੇ ਕਿਹਾ ਸੀ ਕਿ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਵਰਗਿਆਂ ਦੀਆਂ ਸੰਪਤੀਆਂ ਕਦੋਂ ਕੁਰਕ ਹੋਣਗੀਆਂ, ਕਦੋਂ ਜ਼ਬਤ ਹੋਣਗੀਆਂ। ਸੋ ਉਹ ਪ੍ਰੋਸੈਸ ਵੀ ਅੱਗੇ ਤੁਰਨਾ ਸ਼ੁਰੂ ਹੋ ਚੁੱਕਾ ਹੈ ਤੇ ਇਸ ਵਕਤ ਜਿਹੜੀ NIA ਨੇ ਤਾਜ਼ੀ ਲਿਸਟ ਜਾਰੀ ਕੀਤੀ ਹੈ ਜਿਸ ਵਿੱਚ ਤਕਰੀਬਨ 1 ਦਰਜਨ ਤੋਂ ਵੱਧ ਗੈਂਗਸਟਰ ਹੈਗੇ ਨੇ, ਕ੍ਰਿਮੀਨਲਸ ਹੈਗੇ ਨੇ। ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ, ਲਖਵੀਰ ਸਿੰਘ ਲੰਡਾ ਹਰੀਕੇ, ਅਰਸ਼ਦੀਪ ਸਿੰਘ ਡਾਲਾ, ਦਰਮਨ ਕਾਲੋਂ ਤੇ तमाम ਉਹ ਕ੍ਰਿਮੀਨਲਸ ਜੋ ਕਿ ਵਿਦੇਸ਼ਾਂ ਵਿੱਚ ਬੈਠੇ ਨੇ। ਆਪਾਂ ਨੂੰ ਯਾਦ ਹੋਏਗਾ ਆਪਾਂ ਕਈ ਰਿਪੋਰਟਾਂ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ NIA ਦੀ ਐਂਟਰੀ ਹੁੰਦੀ ਹੈ ਪੰਜਾਬ ਦੇ ਆਰਗੇਨਾਈਜ਼ਡ ਕ੍ਰਾਈਮ ਅੰਡਰਵਰਲਡ ਦੇ ਵਿੱਚ ਤੇ ਇਹ ਐਂਟਰੀ ਬੜੀ ਮਹੱਤਵਪੂਰਨ ਸੀ। ਅਗਸਤ 2022 ਦੇ ਮਹੀਨੇ ਦੇ ਵਿੱਚ ਜਿਹੜੇ ਕੇਸ ਰਜਿਸਟਰ ਕੀਤੇ ਗਏ ਯਾਨੀ ਕਿ ਕੇਸ ਉਹ ਦਿੱਲੀ ਪੁਲਿਸ ਨੇ ਰਜਿਸਟਰ ਕੀਤੇ ਲੇਕਿਨ ਬਾਅਦ ਦੇ ਵਿੱਚ NIA ਨੇ ਇਨਵੈਸਟੀਗੇਸ਼ਨ ਨੂੰ ਟੇਕ ਓਵਰ ਕੀਤਾ। 3 ਅਲੱਗ-ਅਲੱਗ ਕੇਸ ਰਜਿਸਟਰ ਹੋਏ RC 37, 38 ਤੇ RC 39 ਤੇ ਇਹਨਾਂ ਤਿੰਨੋਂ ਅਲੱਗ-ਅਲੱਗ ਕੇਸਾਂ ਦੇ ਵਿੱਚ ਸੈਪਰੇਟ ਅਲੱਗ-ਅਲੱਗ ਜਿਹੜੀਆਂ ਲੀਗਸ ਮੋਡਿਊਲ ਤੇ ਗੈਂਗਸਟਰਾਂ ਦੇ ਗੁੱਟ ਚੱਲਦੇ ਸਨ ਉਹਨਾਂ ਦੇ ਖਿਲਾਫ ਕਾਰਵਾਈਆਂ ਸ਼ੁਰੂ ਕੀਤੀਆਂ ਗਈਆਂ। ਕੁਝ ਮਹੀਨੇ ਪਹਿਲਾਂ ਇਸ ਕਾਰਵਾਈ ਨੂੰ ਆਪਾਂ ਹੋਰ ਤੇਜ਼ੀ ਦੇ ਨਾਲ ਅੱਗੇ ਵਧਦੇ ਹੋਏ ਵੇਖਿਆ ਜਦੋਂ ਕਿ ਕਈ ਗੈਂਗਸਟਰਾਂ ਨੂੰ ਭਗੌੜਾ ਕਰਾਰ ਦਿੱਤਾ ਗਿਆ, ਪ੍ਰੋਕਲੇਮਡ ਅਫੈਂਡਰ ਕਰਾ ਦਿੱਤਾ ਗਿਆ। ਕਈ ਸਾਲਾਂ ਦੇ ਲੋਕ ਭਗੌੜੇ ਹੈਗੇ ਨੇ ਲੇਕਿਨ ਹਰਵਿੰਦਰ ਰਿੰਦਾ, ਲਖਵੀਰ ਸਿੰਘ ਲੰਡਾ ਹਰੀਕੇ ਇਹਨਾਂ ਸਾਰੇ ਕ੍ਰਿਮੀਨਲਸ ਨੂੰ ਜਦੋਂ ਪ੍ਰੋਕਲੇਮਡ ਅਫੈਂਡਰ ਘੋਸ਼ਿਤ ਕਰਤਾ ਗਿਆ ਉਸ ਤੋਂ ਬਾਅਦ ਰਾਹ ਪੱਧਰਾ ਹੋਇਆ ਕਿ ਇਹਨਾਂ ਦੀਆਂ ਪ੍ਰਾਪਰਟੀਆਂ, ਇਹਨਾਂ ਦੀਆਂ ਸੰਪਤੀਆਂ, ਇਹਨਾਂ ਵੱਲੋਂ ਕਮਾਈਆਂ ਹੋਈਆਂ ਕਾਲੀਆਂ ਕਮਾਈਆਂ ਦੇ ਨਾਲ ਜੇ ਕੋਈ ਇਹਨਾਂ ਨੇ ਪ੍ਰਾਪਰਟੀ ਕਿਤੇ ਲਈ ਹੈ ਨਾਮੀ ਬੇਨਾਮੀ ਕਿਸੇ ਵੀ ਤਰੀਕੇ ਦੀ ਸੰਪਤੀ ਜਿਸ ਦੀ ਜਾਂਚ ਜਿਸ ਦੀ ਸੂਚਨਾ NIA ਤੱਕ ਜਾਂਚ ਏਜੰਸੀਆਂ ਤੱਕ ਪਹੁੰਚੇ ਤਾਂ ਉਹਨਾਂ ਨੂੰ ਜ਼ਬਤ ਕੀਤਾ ਜਾਏ, ਸੀਜ਼, ਕਨਫਿਸਕੇਟ, ਅਟੈਚ ਅਤੇ ਸੀਜ਼ ਕੀਤਾ ਜਾਏ, ਮਾਫ ਕਰਨਾ ਫੋਰਫਿਟ ਕੀਤਾ ਜਾਏ। ਸੋ ਇਸੇ ਲੜੀ ਦੇ ਵਿੱਚ ਸਭ ਤੋਂ ਲੇਟੈਸਟ ਜਿਹੜੀ ਕਾਰਵਾਈ ਹੋਈ ਹੈ ਉਹ ਹੋਈ ਹੈ ਗੁਰਪਤਵੰਤ ਸਿੰਘ ਪੰਨੂ, ਸਿੱਖਸ ਫॉर ਜਸਟਿਸ ਦੇ ਜਿਹੜੇ ਕਾਉਂਸਲ ਜਨਰਲ ਹੈਗੇ ਨੇ। ਗੁਰਪਤਵੰਤ ਸਿੰਘ ਪੰਨੂ ਜੋ ਕਿ ਸਿੱਖਸ ਫॉर ਜਸਟਿਸ ਦੇ ਕਾਉਂਸਲ ਜਨਰਲ ਹੈ ਉਹੀ ਗੁਰਪਤਵੰਤ ਪੰਨੂ ਜਿਸ ਨੂੰ ਭਾਰਤ ਨੇ ਪ੍ਰੋਸਕ੍ਰਾਈਬਡ ਡੈਜ਼ਿਗਨੇਟਿਡ ਅੱਤਵਾਦੀ ਐਲਾਨਿਆ ਹੈ, ਟੈਰਰਿਸਟ ਐਲਾਨਿਆ ਹੈ। ਹਾਲਾਂਕਿ ਗੁਰਪਤਵੰਤ ਪੰਨੂ ਨੂੰ ਭਾਰਤ ਛੱਡਿਆਂ ਨੂੰ ਕਈ ਦਹਾਕੇ ਹੋ ਚੁੱਕੇ ਨੇ ਲੇਕਿਨ ਵਿਦੇਸ਼ਾਂ ਵਿੱਚੋਂ ਬੈਠ ਕੇ ਅਮਰੀਕਾ, ਕੈਨੇਡਾ ਵਰਗੇ ਮੁਲਕਾਂ ਵਿੱਚੋਂ ਬੈਠ ਕੇ ਭਾਰਤ ਖਿਲਾਫ ਪ੍ਰੋਪੇਗੈਂਡਾ, ਭਾਰਤ ਖਿਲਾਫ ਕਾਰਵਾਈਆਂ, ਭਾਰਤ ਖਿਲਾਫ ਸਤਹੀ ਪੱਧਰ ਉੱਤੇ ਜ਼ਮੀਨੀ ਪੱਧਰ ਉੱਤੇ ਜਿਹੜਾ ਪ੍ਰਚਾਰ ਕਰਨਾ ਹੈ ਜਾਂ ਫਿਰ ਕੁਝ ਅਜਿਹੀਆਂ ਘਟਨਾਵਾਂ ਐਕਟੀਵਿਟੀਜ਼ ਵੀ ਰਹੀਆਂ ਨੇ ਜਿਨ੍ਹਾਂ ਵਿੱਚ ਨੌਜਵਾਨਾਂ ਨੂੰ ਕਈ ਹਜ਼ਾਰ ਡਾਲਰ ਜਾਂ ਕਈ ਲੱਖ ਡਾਲਰਾਂ ਦੀ ਪੇਸ਼ਕਸ਼ ਕਰਕੇ ਖਾਲਿਸਤਾਨ ਦੇ ਝੰਡੇ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਸਰਕਾਰੀ ਇਮਾਰਤਾਂ, ਦਫ਼ਤਰਾਂ, DC ਦਫ਼ਤਰਾਂ, SSP ਦੇ ਦਫ਼ਤਰਾਂ ਦੇ ਬਾਹਰ ਲਗਵਾਉਣਾ, ਵਿਧਾਨ ਸਭਾਵਾਂ ਜਿਵੇਂ ਕਿ ਹਿਮਾਚਲ ਵਿਧਾਨ ਸਭਾ ਦੇ ਬਾਹਰ ਜਿਹੜੇ ਨਾਰੇ ਵਗੈਰਾ ਲਿਖੇ ਗਏ। ਸੋ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਗੁਰਪਤਵੰਤ ਸਿੰਘ ਪੰਨੂ ਨੂੰ ਇੱਕ ਅੱਤਵਾਦੀ ਐਲਾਨ ਦਿੱਤਾ ਗਿਆ ਭਾਰਤ ਸਰਕਾਰ ਵੱਲੋਂ ਤੇ ਬੀਤੇ ਦਿਨ ਹੀ ਉਸ ਦੀ ਚੰਡੀਗੜ੍ਹ ਦੀ ਤੇ ਅੰਮ੍ਰਿਤਸਰ ਸੁਲਤਾਨਵਿੰਡ ਇਲਾਕੇ ਦੇ ਵਿੱਚ ਜਿੱਥੇ ਉਸਦੀ ਕੁਝ ਏਕੜ ਜ਼ਮੀਨ ਹੈ ਜੋ ਕਿ ਉਸਦੇ ਨਾਂ ਦੇ ਉੱਤੇ ਆਂਦੀ ਹੈ, ਚੰਡੀਗੜ੍ਹ ਦੀ ਸੈਕਟਰ 15 ਦੀ 233 ਨੰਬਰ ਕੋਠੀ ਜਿਸ ਦਾ 1/4 ਹਿੱਸਾ ਗੁਰਪਤਵੰਤ ਸਿੰਘ ਪੰਨੂ ਹੋਰਾਂ ਦੇ ਨਾਂ ਹੈ ਉਸ ਨੂੰ ਅਟੈਚ ਕਰਨ ਦੇ ਆਰਡਰ ਦਿੱਤੇ ਗਏ ਨੇ। ਗੁਰਪਤਵੰਤ ਸਿੰਘ ਪੰਨੂ ਦੀ ਪ੍ਰਾਪਰਟੀ ਦੀ ਅਟੈਚਮੈਂਟ ਦੀ ਖਬਰ ਦੁਨੀਆ ਭਰ ਦੇ ਵਿੱਚ ਜੰਗਲ ਦੀ ਅੱਗ ਵਾਂਗ ਫੈਲੀ। ਇਸ ਤੋਂ ਕੁਝ ਹਫ਼ਤੇ ਪਹਿਲਾਂ ਰਾਦਰ 1 ਮਹੀਨਾ ਤੋਂ ਵੱਧ ਜ਼ਿਆਦਾ ਸਮਾਂ ਹੋ ਚੁੱਕਾ ਹੈ ਲਖਵੀਰ ਸਿੰਘ ਲੰਡਾ ਹਰੀਕੇ ਦੀ ਪ੍ਰਾਪਰਟੀ ਵੀ ਕਨਫਿਸਕੇਟ ਹੋਈ ਸੀ ਲੇਕਿਨ ਉਸ ਵਕਤ ਐਡੀਆਂ ਖਬਰਾਂ ਸੁਰਖੀਆਂ ਨਹੀਂ ਸਨ ਬਣੀਆਂ ਲੇਕਿਨ ਫੋਟੋ ਕੈਮਰਿਆਂ ਦੀ ਨਜ਼ਰਾਂ ਦੇ ਵਿੱਚ ਗੁਰਪਤਵੰਤ ਪੰਨੂ ਦੀ ਪ੍ਰਾਪਰਟੀ ਨੂੰ ਅਟੈਚ ਕਰਨ ਦੀਆਂ ਖਬਰਾਂ ਨਸ਼ਰ ਹੁੰਦੀਆਂ ਹੋਈਆਂ ਵੇਖੀਆਂ ਗਈਆਂ। ਇਹਨਾਂ ਦੋਹਾਂ ਦੇ ਦਰਮਿਆਨ ਯਾਨੀ ਕਿ ਲਖਵੀਰ ਸਿੰਘ ਲੰਡਾ ਹਰੀਕੇ ਅਤੇ ਗੁਰਪਤਵੰਤ ਸਿੰਘ ਪੰਨੂ ਦੇ ਦਰਮਿਆਨ
ਐਨਆਈਏ ਜਿਹੜੀ ਕੋਰਟ ਹੈ ਪੰਚਕੂਲਾ ਦੀ, ਉਸਨੇ ਕੁਝ ਹੋਰ ਅਜਿਹੇ ਅਪਰਾਧਿਕ ਅੰਸਰ ਜੋ ਕਿ ਦਹਿਸ਼ਤਗਰਦੀ ਦੀ ਵਾਰਦਾਤਾਂ ਦੇ ਵਿੱਚ ਇਨਵੋਲਵ ਸਨ, ਹਰਵਿੰਦਰ ਸਿੰਘ ਰਿੰਦਾ ਸੰਧੂ ਜਿਹੜਾ ਕਿ ਪਾਕਿਸਤਾਨ ਤੋਂ ਬੈਠ ਕੇ ਬੱਬਰ ਖਾਲਸਾ ਨੂੰ ਲੀਡ ਕਰਦਾ ਹੈ, ਹਰਵਿੰਦਰ ਸਿੰਘ ਰਿੰਦਾ ਦਾ ਉਹ ਮੋਡਿਊਲ ਜਿਸ ਦੇ ਵਿੱਚ 4 ਨੌਜਵਾਨ ਸਨ, ਗੁਰਪ੍ਰੀਤ ਗੋਪੀ, ਅਮਨਦੀਪ, ਪ੍ਰਵਿੰਦਰ ਸਿੰਘ ਤੇ ਭੁਪਿੰਦਰ ਸਿੰਘ, ਇਹ ਚਾਰੋਂ ਨੌਜਵਾਨ ਜੋ ਕਿ ਆਈਈਡੀਜ਼ ਦੀ ਖਤਰਨਾਕ ਐਕਸਪਲੋਸਿਵ ਦੀ ਇੱਕ ਵੱਡੀ ਕੰਸਾਈਨਮੈਂਟ ਸਣੇ ਹਥਿਆਰਾਂ ਦੇ ਇੱਕ ਇਨੋਵਾ ਗੱਡੀ ਵਿੱਚ ਲੈ ਕੇ ਪਿਛਲੇ ਸਾਲ ਜਾ ਰਹੇ ਸਨ। ਇਹਨਾਂ ਦਾ ਫਾਈਨਲ ਡੈਸਟੀਨੇਸ਼ਨ ਜਿੱਥੇ ਕਿ ਇਹਨਾਂ ਨੇ ਐਕਸਪਲੋਸਿਵ ਨੂੰ ਦੇਣਾ ਸੀ ਉਹ ਸੀ ਆਦਿਲਾਬਾਦ, ਤੇਲੰਗਾਨਾ। ਕਰਨਾਲ ਦੇ ਮਧੂਬਨ ਦੇ ਵਿੱਚ ਇਹਨਾਂ ਦੀ ਇਨੋਵਾ ਗੱਡੀ ਜਿਸ ਨੂੰ ਕਿ ਫੜਿਆ ਗਿਆ ਸਣੇ ਇਹਨਾਂ ਨੂੰ ਬਾਅਦ ਦੇ ਵਿੱਚ ਹੋਰ ਗ੍ਰਿਫਤਾਰੀਆਂ ਵੀ ਇਸ ਕੇਸ ਦੇ ਵਿੱਚ ਹੋਈਆਂ, ਕੁੱਲ 4 ਲੋਕ ਗ੍ਰਿਫਤਾਰ ਹੋਏ। ਉਸ ਗੱਡੀ ਦੇ ਵਿੱਚੋਂ ਐਕਸਪਲੋਸਿਵ ਜਿਹੜਾ ਸੀ ਰਿਕਵਰ ਕੀਤਾ ਗਿਆ, ਆਈਈਡੀਜ਼ 3 ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸਿਸ ਰਿਕਵਰ ਕੀਤੇ ਗਏ। ਇੱਕ ਬਹੁਤ ਹੀ ਸਨਸਨੀਖੇਜ਼ ਮਾਮਲਾ ਸੀ ਕਿਉਂਕਿ ਇੱਕ ਬਹੁਤ ਵੱਡੀ ਵਾਰਦਾਤ ਦੱਖਣੀ ਭਾਰਤ ਦੇ ਵਿੱਚ ਕਰਨ ਦਾ ਮਨਸੂਬਾ ਲੈ ਕੇ ਇਹ ਲੋਕ ਜਾ ਰਹੇ ਸਨ ਜੋ ਕਿ ਹਰਵਿੰਦਰ ਰਿੰਦੇ ਦੇ ਕੂਰੀਅਰ ਵੀ ਹੋ ਸਕਦੇ ਹਨ। ਸੋ ਇਹਨਾਂ 4 ਨੌਜਵਾਨਾਂ ਦੀ ਪ੍ਰਾਪਰਟੀਜ਼ ਨੂੰ ਫੋਰਫੀਟ ਕਰਨ ਦੇ ਜੋ ਕਿ ਇੱਕ ਆਖਰੀ ਸਟੇਜ ਹੁੰਦੀ ਹੈ, ਸੀਜ਼ਰ, ਕਨਫਿਸਕੇਸ਼ਨ, ਅਟੈਚਮੈਂਟ ਤੋਂ ਬਾਅਦ ਇੱਕ ਲਾਸਟ ਸਟੇਜ ਜਿੱਥੇ ਕਿ ਕੋਰਟ ਵੱਲੋਂ ਆਰਡਰ ਦੇ ਕੇ ਸੰਪत्ति ਨੂੰ, ਜਾਇਦਾਦ ਨੂੰ ਫੋਰਫੀਟ ਕਰ ਲਿਆ ਜਾਂਦਾ ਹੈ, ਉਸ ਨੂੰ ਕੁਰ ਕਰ ਲਿਆ ਜਾਂਦਾ ਹੈ। ਉਹ ਸੰਪत्ति ਇਹਨਾਂ ਨੌਜਵਾਨਾਂ ਦੀ ਹੋਈ ਹੈ। ਸੋ ਇਹ ਪਹਿਲਾ ਮਾਮਲਾ ਸੀ। ਐਨਆਈਏ ਨੇ ਜਿਹੜੀ ਜਾਣਕਾਰੀ ਕੁਝ ਹਫ਼ਤੇ ਪਹਿਲਾਂ ਨਸ਼ਰ ਕੀਤੀ ਸੀ, ਇਹਨਾਂ 4 ਨੌਜਵਾਨਾਂ ਦਾ ਉਸ ਮਧੂਬਨ ਕਰਨਾਲ ਦੇ ਵਿੱਚ ਪੁਲਿਸ ਵੱਲੋਂ ਰਿਕਵਰ ਕੀਤੇ ਗਏ ਆਈਈਡੀਜ਼ ਦੇ ਮਾਮਲੇ ਜੋ ਕਿ ਹਰਵਿੰਦਰ ਰਿੰਦਾ ਦਾ ਮੋਡਿਊਲ ਸੀ। ਪਹਿਲਾ ਮਾਮਲਾ ਸੀ ਜਿੱਥੇ ਕਿ ਕਿਸੇ ਅਦਾਲਤ ਨੇ ਕੁਝ ਜਿਹੜੇ ਕ੍ਰਿਮੀਨਲ ਅੰਸਰ ਸਨ ਉਹਨਾਂ ਦੀ ਸੰਪत्ति, ਉਸ ਕੇਸ ਦੇ ਵਿੱਚ ਇੱਕ ਇਨੋਵਾ ਗੱਡੀ ਵੀ ਸੀ ਤੇ ਉਸ ਤੋਂ ਇਲਾਵਾ 7,80,000 ਸ਼ਾਇਦ ਕੈਸ਼ ਸੀ, ਉਸ ਨੂੰ ਫੋਰਫੀਟ ਕੀਤਾ ਯਾਨੀ ਕਿ ਕੁਰਕ ਇੱਕ ਤਰੀਕੇ ਨਾਲ ਕਰ ਲਿਆ। ਸੋ ਇਹ ਪੂਰਾ ਦਾ ਪੂਰਾ ਜਿਹੜਾ ਪ੍ਰੋਸੈਸ ਹੈ, ਇਹ ਪੂਰੇ ਦੀ ਪੂਰਾ ਜਿਹੜਾ ਇੱਕ ਮੋਡਸ ਆਪਰੈਂਡੀ ਤਾਂ ਨਹੀਂ ਕਹਾਂਗੇ ਕਿਉਂਕਿ ਮੋਡਸ ਆਪਰੈਂਡੀ ਤਾਂ ਅਪਰਾਧਿਕ ਅੰਸਰਾਂ ਦਾ ਹੁੰਦਾ ਹੈ, ਲੇਕਿਨ ਇਹ ਜਿਹੜੀ ਸਟ੍ਰੈਟਜੀ ਹੈ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਚੁਣੀ ਹੈ ਉਸ ਨੂੰ 1967 ਦੇ ਯੂਏਪੀਏ ਐਕਟ ਦੇ 25, 26 ਤੇ 33 ਸੈਕਸ਼ਨਾਂ ਵਿੱਚੋਂ ਕੱਢਿਆ ਹੈ, ਜਿੱਥੇ ਕਿ ਇਹ ਸਮਝ ਵਿੱਚ ਆਇਆ ਕਿ ਜੇ ਇੱਕ ਕ੍ਰਿਮੀਨਲ ਦੇਸ਼ ਛੱਡ ਕੇ ਭੱਜ ਜਾਂਦੇ ਨੇ, ਦੇਸ਼ ਛੱਡ ਕੇ ਭੱਜਣ ਤੇ ਜਿਹੜੇ ਦੇਸ਼ਾਂ ਵਿੱਚ ਜਾ ਕੇ ਲੁਕੇ ਨੇ, ਛੁਪੇ ਨੇ, ਉੱਥੇ ਆਪਣੀਆਂ ਗਤੀਵਿਧੀਆਂ ਜੋ ਕਰਨਾ ਚਾਹਣ ਉਹ ਕਰਨ। ਹਾਲਾਂਕਿ ਉਹਨਾਂ ਮੁਲਕਾਂ ਦੇ ਵਿੱਚ ਵੀ ਕਿਸੇ ਕਿਸਮ ਦੀ ਗੈਰ ਕਾਨੂੰਨੀ ਗਤੀਵਿਧੀ ਕਰਨਾ ਬਿਲਕੁਲ ਗਲਤ ਗੱਲ ਹੈ, ਲੇਕਿਨ ਜੇ ਲੋਕ ਹਟਦੇ ਨਹੀਂ ਹੈਗੇ ਨੇ, ਘੱਟੋ ਘੱਟ ਭਾਰਤ ਦੇ ਵਿੱਚ ਉੱਥੋਂ ਵਿਦੇਸ਼ਾਂ ਤੋਂ ਬੈਠ ਕੇ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਨਾ ਦਿਵਾਉਣ। ਲੇਕਿਨ ਇਹ ਸਭ ਕੁਝ ਹੁੰਦਾ ਪਿਆ ਸੀ। ਸਿੱਧੂ ਮੂਸੇਵਾਲਾ ਦੇ ਕਤਲ ਜਿਸ ਵਿੱਚ ਗੋਲਡੀ ਬਰਾੜ ਨੇ ਕੈਨੇਡਾ ਤੋਂ ਬੈਠ ਕੇ ਪੂਰੀ ਦੀ ਪੂਰੀ ਸਾਜ਼ਿਸ਼ ਕੀਤੀ, ਮਾਸਟਰਮਾਈਂਡ ਕੀਤੀ ਗਈ, ਇਸ ਹੱਤਿਆ ਦੀ ਜਿਹੜੀ ਪਲਾਨਿੰਗ ਕੀਤੀ ਗਈ ਉਸ ਨੂੰ ਐਗਜ਼ੀਕਿਊਟ ਵੀ ਕਰਵਾਇਆ ਗਿਆ। ਉਸ ਕੇਸ ਤੋਂ ਬਾਅਦ ਐਨਆਈਏ ਦਾ ਪੰਜਾਬ ਦੇ ਵਿੱਚ ਐਂਟਰੀ ਹੋਈ ਤੇ ਇਹਨਾਂ तमाम ਗੈਂਗਸਟਰ ਕ੍ਰਿਮੀਨਲ ਜਿਹੜੇ ਨੈਕਸਸ ਐਲੀਮੈਂਟਸ ਜੋ ਕਿ ਆਪਸ ਦੇ ਵਿੱਚ ਗੱਠਜੋੜ ਕਰ ਰਹੇ ਸਨ, ਰਲਗੜ ਇਹਨਾਂ ਦੀ ਨਾਰਥ ਇੰਡੀਆ ਦੇ ਵਿੱਚ ਹੋ ਚੁੱਕੀ ਸੀ ਤੇ ਇੱਕ ਐਡਾ ਖਤਰਨਾਕ ਕ੍ਰਿਮੀਨਲ ਨੈਕਸਸ ਬਣ ਚੁੱਕਾ ਸੀ ਅੰਦਰ ਹੀ ਅੰਦਰ ਆਰਗੇਨਾਈਜ਼ਡ ਕ੍ਰਾਈਮ ਦਾ, ਜਿਸ ਨੂੰ ਹੈਂਡਲ ਕਰ ਪਾਣਾ ਸ਼ਾਇਦ ਸਟੇਟ ਪੁਲਿਸ ਜਾਂ ਸਟੇਟ ਏਜੰਸੀਆਂ ਦੇ ਬਸ ਤੋਂ ਬਾਹਰ ਹੁੰਦਾ ਜਾ ਰਿਹਾ ਸੀ ਤੇ ਅੱਜ ਦੀ ਤਰੀਕ ਦੇ ਵਿੱਚ ਵੀ ਬਾਹਰ ਹੈ। ਸੋ ਐਨਆਈਏ ਨੇ ਪੰਜਾਬ ਦੇ ਵਿੱਚ ਐਂਟਰੀ ਕੀਤੀ, ਹਰਿਆਣੇ ਦੇ ਜਾਂ ਨਾਰਥ ਇੰਡੀਆ ਦੇ ਜਿਹੜੇ ਸਟੇਟਸ, ਤੇ ਉਸ ਤੋਂ ਬਾਅਦ ਇਹਨਾਂ ਕੇਸਾਂ ਨੂੰ ਹੱਥ ਵਿੱਚ ਲਿਆ। ਪਿਛਲੇ ਸਾਲ ਯਾਨੀ ਕਿ ਅਗਸਤ 2022 ਤੋਂ ਸ਼ੁਰੂ ਹੋਇਆ ਸਿਲਸਿਲਾ ਤੇ ਅੱਜ ਆਪਾਂ ਸਤੰਬਰ 2023 ਦੇ ਵਿੱਚ ਖੜੇ ਹਾਂ, ਜਿੱਥੇ ਕਿ ਅਸੀਂ ਵੇਖ ਪਾ ਰਹੇ ਹਾਂ ਕਿ ਕਈ ਅਜਿਹੇ ਕ੍ਰਿਮੀਨਲਸ, ਲਖਵੀਰ ਸਿੰਘ ਲੰਡਾ ਹਰੀਕੇ, ਗੁਰਪਤਵੰਤ ਸਿੰਘ ਪੰਨੂ ਤੇ ਉਹਨਾਂ ਤੋਂ ਇਲਾਵਾ ਬਹੁਤ ਸੇ ਹੋਰ ਜਿਹੜੇ ਗੈਂਗਸਟਰ ਹੈਗੇ ਨੇ, ਕ੍ਰਿਮੀਨਲਸ ਹੈਗੇ ਨੇ, ਦਹਿਸ਼ਤਗਰਦੀ ਦੀ ਵਾਰਦਾਤਾਂ ਦੇ ਵਿੱਚ ਇਨਵੋਲਵਡ ਅੰਸਰ ਹੈਗੇ ਨੇ, ਉਹਨਾਂ ਨੂੰ ਭਗੌੜੇ ਘੋਸ਼ਿਤ ਕੀਤਾ ਗਿਆ ਹੈ। ਪ੍ਰੋਕਲੇਮਡ ਆਫੈਂਡਰ ਘੋਸ਼ਿਤ ਕਰਨਾ ਜ਼ਰੂਰੀ ਹੈ, ਪਹਿਲੀ ਸਟੇਜ ਤੇ ਪਹਿਲੀ ਲੜੀ ਹੁੰਦੀ ਹੈ। ਲੇਕਿਨ ਐਨਆਈਏ ਨੇ ਜਿਹੜੀ 11 ਕ੍ਰਿਮੀਨਲਸ ਦੀ ਸੂਚੀ ਜਾਰੀ ਕੀਤੀ ਹੈ ਉਸ ਦੇ ਵਿੱਚ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਵੀ ਸ਼ਾਮਲ ਨੇ। ਹਾਲਾਂਕਿ ਲਾਰੈਂਸ ਬਿਸ਼ਨੋਈ ਭਗੌੜਾ ਨਹੀਂ ਹੈ, ਪ੍ਰੋਕਲੇਮਡ ਆਫੈਂਡਰ ਨਹੀਂ ਹੈ, ਲੇਕਿਨ ਜਿਹੜਾ ਯੂਏਪੀ ਦਾ ਇੱਕ ਸੈਕਸ਼ਨ ਹੈ, ਸੈਕਸ਼ਨ 33, ਇਹ ਪਰਮਿਸ਼ਨ ਦਿੰਦਾ ਹੈ ਜਾਂਚ ਅਧਿਕਾਰੀਆਂ ਨੂੰ, ਇਨਵੈਸਟੀਗੇਟਿੰਗ ਆਫੀਸਰਸ ਨੂੰ, ਕਿ ਜੇ ਉਹਨਾਂ ਨੂੰ ਲੱਗਦਾ ਹੈ, ਉਹ ਲੋੜੀਂਦਾ ਸਮਝਦੇ ਨੇ ਕਿਸੇ ਵੀ ਵਿਅਕਤੀ ਦੀ ਕਿਸੇ ਪ੍ਰਾਪਰਟੀ ਦੇ ਵਿੱਚ ਜੇ ਉਸ ਦਾ ਨਾਂ ਬੋਲਦਾ ਹੋਵੇ, ਉਸ ਦੇ ਨਾਂ ਦੇ ਉੱਤੇ ਉਸ ਪ੍ਰਾਪਰਟੀ ਦਾ ਕੁਝ ਹਿੱਸਾ ਹੋਵੇ, ਪਾਰਟ ਹੋਵੇ ਜਾਂ ਪੂਰੀ ਪ੍ਰਾਪਰਟੀ ਹੋਵੇ, ਉਸ ਨੂੰ ਅਟੈਚ ਉਹ ਅਫਸਰ ਕਰ ਸਕਦੇ ਨੇ। ਯਾਨੀ ਕਿ ਅਟੈਚਮੈਂਟ ਅਫਸਰ ਵੱਲੋਂ ਕੀਤੀ ਜਾਏਗੀ, ਏਜੰਸੀ ਵੱਲੋਂ ਕੀਤੀ ਜਾਏਗੀ, ਲੇਕਿਨ ਬਾਅਦ ਦੇ ਵਿੱਚ ਅਦਾਲਤ ਦੇ ਵਿੱਚ 30 ਦਿਨਾਂ ਦੇ ਦਰਮਿਆਨ, 30 ਦਿਨਾਂ ਦੇ ਵਕਫੇ ਦਰਮਿਆਨ ਇਸ ਅਟੈਚਮੈਂਟ ਦੀ ਪੂਰੀ ਕਾਰਵਾਈ, ਕਿਉਂਕਿ ਜੇ ਇਹ ਇਮੂਵੇਬਲ ਪ੍ਰਾਪਰਟੀ ਹੈ ਯਾਨੀ ਕਿ ਇੱਕ ਸੰਪत्ति ਹੈ, ਸੋ ਉਸ ਜਾਇਦਾਦ ਜਾਂ ਉਸ ਜ਼ਮੀਨ, ਰਕਬੇ, ਕੋਠੀ, ਮਕਾਨ, ਜੋ ਵੀ ਉਹ ਪ੍ਰਾਪਰਟੀ ਦੀ ਸ਼ੇਪ ਜਾਂ ਫਾਰਮ ਹੈ, ਉਸ ਨੂੰ ਲੈ ਕੇ ਅਪੀਲ ਇਹ ਵਿਅਕਤੀ ਦਾਇਰ ਕਰ ਸਕਦੇ ਨੇ। ਲੇਕਿਨ ਇੱਥੇ ਇਹਨਾਂ ਕ੍ਰਿਮੀਨਲ ਅੰਸਰਾਂ ਲਈ ਸਭ ਤੋਂ ਵੱਡੀ ਚੁਣੌਤੀ ਤੇ ਚੈਲੰਜ ਇਹੀ ਹੈ ਕਿਉਂਕਿ ਇਹ ਲੋਕ ਭਗੌੜੇ ਹੈਗੇ ਨੇ, ਵਿਦੇਸ਼ਾਂ ਵਿੱਚ ਬੈਠੇ ਹੈਗੇ ਨੇ, ਉਹਨਾਂ ਪਰਿਸਥਿਤੀਆਂ ਦੇ ਵਿੱਚ ਵਾਪਸ ਭਾਰਤ ਵਿੱਚ ਪਰਤ ਕੇ ਆਪਣੀ ਸੰਪत्तियां ਨੂੰ ਬਚਾਉਣਾ ਇਹਨਾਂ ਦੇ ਹੱਥ ਵੱਸ ਵਿੱਚ ਨਹੀਂ ਹੈ। ਇੱਥੇ ਜੇ ਆਪਾਂ ਗੱਲ ਲਾਰੈਂਸ ਬਿਸ਼ਨੋਈ ਦੇ ਕੇਸ ਦੇ ਵਿੱਚ ਇੱਕ ਐਕਸੈਪਸ਼ਨਲ ਸਰਕਮਸਟੈਂਸ ਦੀ ਕਰੀਏ, ਜਿੱਥੇ ਕਿ ਲਾਰੈਂਸ ਬਿਸ਼ਨੋਈ ਇਸ ਵਕਤ ਜੇਲ੍ਹ ਦੇ ਵਿੱਚ ਹੈ, ਉਹ ਪ੍ਰੋਕਲੇਮਡ ਆਫੈਂਡਰ ਨਹੀਂ ਹੈ। ਸੋ ਕਿ ਉਸ ਸਥਿਤੀ ਦੇ ਵਿੱਚ ਵੀ ਸੰਪत्तियां ਨੂੰ ਕੁਰਕ ਕੀਤਾ ਜਾ ਸਕਦਾ ਹੈ ਜਾਂ ਉਹਨਾਂ ਨੂੰ ਜ਼ਬਤ ਕਰਨ ਦੀ ਪ੍ਰੋਵੀਜ਼ਨ ਹੈ। ਸੋ ਯੂਏਪੀਏ ਦੇ ਵਿੱਚ ਉਹ ਪ੍ਰੋਵੀਜ਼ਨ ਹੈ। ਇਸੇ ਕਰਕੇ ਯੂਏਪੀਏ ਨੇ ਲਾਰੈਂਸ ਬਿਸ਼ਨੋਈ ਦੀ ਕੋਈ ਵੀ ਅਜਿਹੀ ਜਾਇਦਾਦ ਜੋ ਕਿ ਉਸਨੇ ਕਾਲੀ ਕਮਾਈ ਤੋਂ
ਇਕੱਠੀ ਕੀਤੀ ਹੋ ਸਕਦੀ ਹੈ, ਉਸ ਬਾਰੇ ਇਨਫੋਰਮੇਸ਼ਨ ਮੰਗੀ ਗਈ ਹੈ। ਠੀਕ ਉਸੇ ਤਰੀਕੇ ਦੇ ਨਾਲ ਜਿਵੇਂ ਉਸ ਦੇ ਨਾਲ ਦੇ ਤਕਰੀਬਨ 1 ਦਰਜਨ ਤੋਂ ਵੱਧ ਹੋਰ ਗੈਂਗਸਟਰਸ ਬਾਰੇ। ਸੋ NIA ਨੇ ਇੱਕ ਅਜਿਹਾ ਹਥਿਆਰ ਜੋ ਕਿ ਉਹਨਾਂ ਦੇ, ਜਿਸ ਨੂੰ ਕਹਿ ਸਕਦੇ ਹਾਂ ਕਿ ਤਰਕਸ਼ ਦੇ ਵਿੱਚ ਤੀਰ ਹੁੰਦੇ ਨੇ, ਉਸ ਨੂੰ ਕੱਢਿਆ ਤੇ ਇੱਕ ਵਿਉਂਤਬੰਦੀ ਕਰਕੇ, ਇੱਕ ਯੋਜਨਾਬੰਦੀ ਕਰਕੇ ਪਿਛਲੇ 1 ਸਾਲ ਦੌਰਾਨ ਇੱਕ ਬਹੁਤ ਹੀ ਸਿਸਟਮੈਟਿਕ ਤਰੀਕੇ ਦੇ ਨਾਲ ਇਹ ਪੂਰੇ ਦੇ ਪੂਰੇ ਕੇਸਾਂ ਨੂੰ ਅੱਗੇ ਤੁਰਿਆ। ਇਹ ਮਾਮਲਿਆਂ ਦੇ ਵਿੱਚ ਇਹਨਾਂ ਕ੍ਰਿਮੀਨਲਸ, ਗੈਂਗਸਟਰ ਦੀ ਗ੍ਰਿਫਤਾਰੀ ਜਾਂ ਧਰਪਕੜ, ਉਸ ਦੇ ਵਿੱਚ ਕਈ ਦਿੱਕਤਾਂ, ਚੁਣੌਤੀਆਂ ਹੈਗੇ ਨੇ, ਖਾਸ ਕਰਕੇ ਉਹ ਗੈਂਗਸਟਰ ਜੋ ਕਿ ਵਿਦੇਸ਼ਾਂ ਵਿੱਚ ਬੈਠ ਕੇ ਸੁਰੱਖਿਅਤ ਹੈਗੇ ਨੇ, ਆਪਣੇ ਆਪ ਨੂੰ ਮਹਿਸੂਸ ਕਰਦੇ ਨੇ ਸੇਫ, ਜਦੋਂ ਕਿ ਭਾਰਤੀ ਜਾਂਚ ਏਜੰਸੀਆਂ ਦੀ ਰੀਚ ਤੋਂ, ਪਹੁੰਚ ਤੋਂ ਬਹੁਤ ਬਾਹਰ ਨੇ। ਲੇਕਿਨ ਇਹਨਾਂ ਦੇ ਘਰ ਵਾਲਿਆਂ ਲਈ ਇੱਕ ਬਹੁਤ ਵੱਡੀ ਦਿੱਕਤ ਖੜੀ ਹੋ ਗਈ ਹੈ। ਭਾਵੇਂ ਇਹਨਾਂ ਦੀ ਪੁਸ਼ਤੈਨੀ ਜਾਇਦਾਦਾਂ ਹੋਣਗੀਆਂ, ਲੇਕਿਨ ਉਹਨਾਂ ਉੱਤੇ ਵੀ ਹੁਣ ਕਿਸੇ ਵੀ ਤਰੀਕੇ ਦੀ ਕਾਰਵਾਈ ਸੰਭਵ ਹੈ। ਬਾਅਦ ਦੇ ਵਿੱਚ ਅਪੀਲ ਦੇ ਰੂਪ ਵਿੱਚ ਅਦਾਲਤਾਂ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਕੰਟੈਸਟ ਕੀਤਾ ਜਾ ਸਕਦਾ ਹੈ। ਹਾਂ, ਬੇਨਾਮੀ ਕੇਸ ਦੇ ਵਿੱਚ ਕੀ ਹੋਏਗਾ ਜੇ ਇਸ ਕੇਸ ਦੇ ਵਿੱਚ ਅਪੀਲ ਕਰਤੀ ਜਾਂਦੀ ਹੈ, ਤੇ ਖਾਸ ਕਰਕੇ ਅਜਿਹੀਆਂ ਸੰਪਤੀਆਂ, ਜਾਇਦਾਦਾਂ ਜਿਨ੍ਹਾਂ ਦੇ ਵਿੱਚ ਹੋਰ ਸਟੇਕ ਹੋਲਡਰ ਜਾਂ ਸ਼ੇਅਰ ਹੋਲਡਰ ਹੋ ਸਕਦੇ ਨੇ, ਹੋਰ ਹਿੱਸੇਦਾਰ ਹੋ ਸਕਦੇ ਨੇ, ਉਹਨਾਂ ਕੇਸਾਂ ਦੇ ਵਿੱਚ ਅਪੀਲ ਦਾ ਪ੍ਰੋਪਰ UAPA ਦੇ ਵਿੱਚ ਪ੍ਰੋਵੀਜ਼ਨ ਦਿੱਤਾ ਗਿਆ ਹੈ, ਤਾਂ ਅਪੀਲ ਕੀਤੀ ਜਾ ਸਕਦੀ ਹੈ। ਮਿਸਾਲ ਦੇ ਤੌਰ ਤੇ ਗੁਰਪਤਵੰਤ ਸਿੰਘ ਪੰਨੂ ਹੋਰਾਂ ਦੀ ਜਿਹੜੀ ਇਹ ਸੈਕਟਰ 15 ਦੀ ਕੋਠੀ, ਜਿਸ ਵਿੱਚ ਹੋਰ ਵੀ ਹਿੱਸੇਦਾਰ ਦੱਸੇ ਜਾਂਦੇ ਨੇ, 1/4 ਹਿੱਸਾ ਗੁਰਪਤਵੰਤ ਪੰਨੂ ਦਾ ਹੈ। ਲੇਕਿਨ NIA ਪੂਰੀ ਕੋਸ਼ਿਸ਼ ਕਰਦਾ ਪਿਆ ਹੈ ਕਿ ਕਿਸੇ ਤਰੀਕੇ ਦੇ ਨਾਲ ਇੱਕ ਸਖਤ ਜਿਹੜਾ ਸੁਨੇਹਾ ਹੈ ਉਹ ਭੇਜਿਆ ਜਾ ਸਕੇ। ਦੇਸ਼ ਦੀ ਧਰਤੀ ਨੂੰ ਛੱਡ ਕੇ ਇਹ ਲੋਕ ਵਿਦੇਸ਼ਾਂ ਵਿੱਚ ਚਲੇ ਗਏ ਨੇ। ਇਹ ਕਹਿ ਸਕਦੇ ਹਾਂ ਕਿ ਇਸ ਦੇਸ਼ ਦੀ ਜਿਹੜੀ ਪਨੌਤੀ ਸੀ, ਸਾਡੇ ਪੰਜਾਬ ਦੀ ਪਨੌਤੀ, ਜੋ ਕਿ ਇੱਕ ਕ੍ਰਿਮੀਨਲ, ਇੱਕ ਗੈਂਗਸਟਰ ਸੀ, ਅੱਜ ਵੀ ਆਪਾਂ ਲਗਾਤਾਰ ਦੇਖ ਰਹੇ ਹਾਂ। ਪਿਛਲੇ ਕੁਝ ਹਫ਼ਤਿਆਂ ਦੌਰਾਨ ਮੇਰੀਆਂ ਰਿਪੋਰਟਾਂ ਆਈਆਂ ਕਿ ਕਿਸ ਤਰੀਕੇ ਦੇ ਨਾਲ ਫਰਜ਼ੀ ਪਛਾਣਾਂ ਉੱਤੇ ਨਕਲੀ ਪਾਸਪੋਰਟ ਬਣਾ ਕੇ ਇਹ ਲੋਕ ਵਿਦੇਸ਼ਾਂ ਵਿੱਚ ਜਾ ਰਹੇ ਨੇ, ਵਸ ਰਹੇ ਨੇ, ਉੱਥੇ ਜਾ ਕੇ ਸੈਟਲ ਹੋ ਰਹੇ ਨੇ। ਵਿਦੇਸ਼ਾਂ ਵਿੱਚ ਚਲੇ ਜਾਣ, ਲੇਕਿਨ ਉੱਥੋਂ ਬੈਠ ਕੇ ਪੰਜਾਬ ਦੀ, ਭਾਰਤ ਦੀ ਧਰਤੀ ਉੱਤੇ ਜਿਹੜੇ ਅਪਰਾਧ ਕਰ ਰਹੇ ਨੇ, ਅਪਰਾਧਿਕ ਵਾਰਦਾਤਾਂ ਕਰ ਰਹੇ ਨੇ, ਜਿਹੜੀ ਨਸ਼ੇ ਦੀ ਤਸਕਰੀ, ਡਰੱਗ ਦੇ ਕਾਟੇਲ ਚੱਲਦੇ ਪਏ ਨੇ ਇਹਨਾਂ ਲੋਕਾਂ ਦੇ, ਉਹ ਪੂਰਾ ਦਾ ਪੂਰਾ ਗੋਰਖ ਧੰਦਾ ਬੰਦ ਹੋਣਾ ਚਾਹੀਦਾ ਹੈ। ਇਹੀ ਕੋਸ਼ਿਸ਼ ਹੈ, ਤੇ ਇਸ ਤੋਂ ਹੀ ਡਿਸੂਏਡ ਕਰਨ ਦੀ, ਕਹਿ ਲਈਏ ਕਿ ਇਸ ਨੂੰ ਡਿਸਕਰੇਜ ਕਰਨ ਦੀ ਨੀਅਤ ਦੇ ਨਾਲ ਹੀ NIA ਇਹ ਸਖਤੀ ਕਰ ਰਹੀ ਹੈ। ਹਾਲਾਂਕਿ ਮੈਂ ਦੇਖ ਰਿਹਾ ਸੀ ਪਿਛਲੀ ਜਿਹੜੀ ਰਿਪੋਰਟ ਲਖਬੀਰ ਸਿੰਘ ਲੰਡੇ ਹਰੀਕੇ ਉੱਤੇ ਬਣੀ, ਕਮੈਂਟਾਂ ਦੇ ਵਿੱਚ ਲੋਕਾਂ ਨੇ ਬੜੀ ਹਮਦਰਦੀ ਥੋੜੀ ਜਿਹੀ ਉਹਦੇ ਨਾਲ ਵਿਅਕਤ ਕੀਤੀ ਸੀ ਕਿ ਇਹ ਜਾਇਦਾਦਾਂ ਉਸਦੇ ਮਾਪਿਆਂ ਵੱਲੋਂ ਬਣਾਈਆਂ ਗਈਆਂ ਹੋ ਸਕਦੀਆਂ ਨੇ, ਉਸਦੀ ਪੁਸ਼ਤੈਨੀ ਜਾਇਦਾਦਾਂ ਹੋ ਸਕਦੀਆਂ ਨੇ, ਇਸ ਦੇ ਵਿੱਚ ਉਹਨਾਂ ਦੇ ਮਾਪਿਆਂ ਦਾ ਕੀ ਕਸੂਰ। ਲੇਕਿਨ ਇੱਥੇ ਸਮਝਣੀ ਗੱਲ ਇਹ ਬਹੁਤ ਜ਼ਰੂਰੀ ਹੈ ਕਿ ਜਾਂਚ ਏਜੰਸੀਆਂ ਦੇ ਹੱਥ-ਵਾਸ ਦੇ ਵਿੱਚ ਬਹੁਤ ਹੀ ਸੀਮਿਤ ਪੱਧਰ ਉੱਤੇ ਇਹਨਾਂ ਨੂੰ ਫੜਨ, ਇਹਨਾਂ ਨੂੰ ਕਾਬੂ ਕਰਨ ਦੀ ਸਮਰੱਥਾ ਹੈ, ਖਾਸ ਕਰਕੇ ਜਦੋਂ ਕਿ ਵਿਦੇਸ਼ਾਂ ਦੀ ਧਰਤੀ ਤੋਂ ਬੈਠ ਕੇ ਇਹ ਲੋਕ ਅਪਰਾਧਿਕ ਵਾਰਦਾਤਾਂ ਕਰਵਾਉਂਦੇ ਨੇ। ਸੋ ਉਹ ਲੋਕ ਜਿਹੜੇ ਵੀ ਹਮਦਰਦੀ ਰੱਖਦੇ ਨੇ ਇਸ ਤਰੀਕੇ ਦੇ ਸਿਨਾਰੀਓਜ਼ ਦੇ ਵਿੱਚ, ਉਹਨਾਂ ਨੂੰ ਇਹ ਦੇਖਣ ਤੇ ਸਮਝਣ ਦੀ ਲੋੜ ਵੀ ਹੈ ਕਿ ਜਿਹੜੇ ਲੋਕਾਂ ਤੋਂ ਫਿਰੌਤੀ ਜਾਂ ਰੰਗਦਾਰੀ ਵਸੂਲਦੇ ਨੇ, ਰੰਗਦਾਰੀ ਫਿਰੌਤੀ ਨਾ ਦੇਣ ਦੀ ਸਥਿਤੀ ਦੇ ਵਿੱਚ ਜਿਨ੍ਹਾਂ ਦੇ ਕਤਲ ਕਰਾਤੇ ਜਾਂਦੇ ਨੇ, ਸਿੱਧੂ ਮੂਸੇਵਾਲਾ ਦੇ ਪਿਤਾ ਸੰਦੀਪ ਨੰਗਲ ਅੰਬੀਆਂ ਦੀ ਵਿਧਵਾ ਪਤਨੀ ਤੋਂ ਜੇ ਕੋਈ ਪੁੱਛੇ ਤੇ ਅੱਜ ਉਹਨਾਂ ਦੀ ਐਗਜ਼ਾਸਪਰੇਸ਼ਨ ਜਾਂ ਉਹਨਾਂ ਦੀ ਜਿਹੜੀ ਦੁਵਿਧਾ ਨੂੰ ਸਮਝਣ ਦੀ ਕੋਈ ਕੋਸ਼ਿਸ਼ ਕਰੇ, ਤਾਂ ਫਿਰ ਸ਼ਾਇਦ ਲੱਗੇਗਾ ਕਿ NIA ਵਰਗੀ ਏਜੰਸੀਆਂ ਜੇ ਇੰਨੀ ਸਖਤੀ ਕਰ ਰਹੀਆਂ ਨੇ, ਉਹ ਠੀਕ ਹੀ ਕਰ ਰਹੀਆਂ ਨੇ। ਹਾਲਾਂਕਿ ਮੈਂ ਇਹ ਵੀ ਮੰਨਦਾ ਕਿ ਇਸ ਸਖਤੀ ਦਾ ਇੱਕ ਬਹੁਤ ਹੀ ਸੀਮਿਤ ਪੱਧਰ ਉੱਤੇ ਅਸਰ ਹੋਣਾ ਹੈ, ਕਿਉਂਕਿ ਇਹ ਜਿਹੜੇ ਕ੍ਰਿਮੀਨਲ ਹੈਗੇ ਨੇ ਇਹ ਵਿਦੇਸ਼ਾਂ ਵਿੱਚ ਜਾ ਚੁੱਕੇ ਨੇ। ਬਹੁਤ ਹੀ ਘੱਟ ਗਿਣਤੀ ਵਿੱਚ ਅਜਿਹੇ ਕ੍ਰਿਮੀਨਲਸ ਹੈਗੇ ਨੇ ਜਿਨ੍ਹਾਂ ਦੇ ਪਰਿਵਾਰਾਂ ਦੀਆਂ ਜਾਇਦਾਦਾਂ ਹੋਣਗੀਆਂ। ਵਿਰਲੇ ਹੀ ਕੋਈ ਅਜਿਹੇ ਕ੍ਰਿਮੀਨਲ ਹੋਣਗੇ ਜਿਨ੍ਹਾਂ ਕੋਲ ਇਸ ਤਰੀਕੇ ਦੀਆਂ ਜਾਇਦਾਦਾਂ ਰਹੀਆਂ ਹੋਣਗੀਆਂ, ਜਿਨ੍ਹਾਂ ਨੂੰ ਕੁਰਕ ਕਰਨ ਜਾਂ ਜਿਨ੍ਹਾਂ ਨੂੰ ਜ਼ਬਤ ਕਰਨ ਦਾ ਦੁੱਖ ਤਾਂ ਨਮੋਸ਼ੀ ਇਹਨਾਂ ਨੂੰ ਹੋਏਗੀ। ਜ਼ਿਆਦਾਤਰ ਅਜਿਹੇ ਕ੍ਰਿਮੀਨਲ ਨੇ ਜਿਨ੍ਹਾਂ ਨੇ ਅਪਰਾਧਿਕ ਵਾਰਦਾਤਾਂ ਦੇ ਜ਼ਰੀਏ ਡਰੱਗਸ ਦੀ ਸਮਗਲਿੰਗ, ਆਰਮਸ ਦੀ ਸਮਗਲਿੰਗ ਜਾਂ ਹੋਰ ਪੁੱਠੇ ਸਿੱਧੇ ਟਾਰਗੇਟਡ ਕਿਲਿੰਗ, ਸੁਪਾਰੀ ਕਿਲਿੰਗ, ਕੰਟਰੈਕਟ ਕਿਲਿੰਗ ਦੇ ਜ਼ਰੀਏ ਜਾਂ ਲੋਕਾਂ ਤੋਂ ਰੰਗਦਾਰੀਆਂ, ਫਿਰੌਤੀਆਂ ਵਸੂਲ ਕੇ ਇੰਨਾ ਕੁ ਪੈਸਾ ਇਕੱਠਾ ਕਰ ਲਿਆ, ਇੰਨੀ ਕੁ ਸ਼ਾਇਦ ਬੇਨਾਮੀ ਜਾਇਦਾਦਾਂ ਦੇ ਵਿੱਚ ਲਾ ਵੀ ਦਿੱਤਾ ਹੋਗਾ। ਕਈ ਹੋਰ ਬਿਜ਼ਨਸਿਸ ਦੇ ਵਿੱਚ ਪੂਰੀ ਦੀ ਪੂਰੀ ਇਹਨਾਂ ਦੀ ਐਕਸਪੈਂਸ਼ਨ ਹੋ ਚੁੱਕੀ ਹੈ। ਸੋ ਉਹਨਾਂ ਨੂੰ ਇਹਨਾਂ ਜਾਇਦਾਦਾਂ ਵੱਲ ਮੁੜ ਕੇ ਵੇਖਣ ਦੀ ਲੋੜ ਨਹੀਂ ਹੈ। ਲੇਕਿਨ ਸਰਟਨਲੀ ਇੱਕ ਅੰਕੁਸ਼ ਜ਼ਰੂਰ ਹੈ, ਇੱਕ ਜਿਸ ਨੂੰ ਕਹਿ ਸਕਦੇ ਹਾਂ ਕਿ ਅਜਿਹਾ ਫੈਕਟਰ ਜੋ ਕਿ ਤੁਹਾਨੂੰ ਟੁੰਗਦਾ ਹੈ। ਤੁਹਾਡੀ ਜ਼ਮੀਨ ਜਾਇਦਾਦ, ਤੁਹਾਡੇ ਮਾਪਿਆਂ ਦੀ ਜ਼ਮੀਨ ਜਾਇਦਾਦ ਦੀ ਕੁਰਕੀ ਦੀ ਜਦੋਂ ਸਥਿਤੀ ਆਉਂਦੀ ਹੈ, ਉਸ ਤਰੀਕੇ ਦਾ ਦਬਾਅ ਤੁਹਾਡੇ ਉੱਤੇ ਬਣਦਾ ਹੈ। ਜ਼ਾਹਿਰੀ ਤੌਰ ਤੇ ਸੋਚਣ ਲਈ ਲੋਕ ਮਜਬੂਰ ਜ਼ਰੂਰ ਹੁੰਦੇ ਨੇ। ਸੋ NIA ਜਿਹੜੀ ਇਸ ਵਕਤ ਕਾਰਵਾਈ ਕਰਦੀ ਪਈ ਹੈ ਉਹ ਜ਼ਰੂਰੀ ਵੀ ਹੈ, ਲੋੜੀਂਦੀ ਵੀ ਹੈ, ਕਾਨੂੰਨ ਦੇ ਮੁਤਾਬਿਕ ਵੀ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਦੇਖਾਂਗੇ ਕਿ ਹੋਰ ਕਿਹੜੇ ਵੱਡੇ ਕ੍ਰਿਮੀਨਲਸ ਜਾਂ ਗੈਂਗਸਟਰ ਦੀਆਂ ਜਾਇਦਾਦਾਂ ਨੂੰ ਕੌਨਫਿਸਕੇਟ, ਸੀਜ਼, ਅਟੈਚ ਜਾਂ ਫਿਰ ਫੋਰਫਿਟ ਕੀਤਾ ਜਾਂਦਾ ਹੈ। ਸੋ ਆਪਾਂ ਮੰਨ ਸਕਦੇ ਹਾਂ ਕਿ ਭਾਵੇਂ NIA ਦੇ ਤਰਕਸ਼ ਦਾ ਇਹ ਤੀਰ ਇੱਕ ਬਹੁਤ ਸੀਮਿਤ ਪੱਧਰ ਉੱਤੇ ਅਸਰ ਕਰਦਾ ਹੈ, ਲੇਕਿਨ ਇਹ ਇੱਕ ਅੰਕੁਸ਼ ਹੈ, ਇੱਕ ਰੋਕਣ ਦਾ ਕੰਮ ਜ਼ਰੂਰ ਕਰੇਗਾ। ਰੋਕਣ ਦਾ ਨਹੀਂ ਤਾਂ ਘੱਟੋ ਘੱਟ ਸੋਚਣ ਦਾ ਕੰਮ ਤਾਂ ਜ਼ਰੂਰ ਕਰੇਗਾ। ਸੋ ਇੱਕ ਸੁਨੇਹਾ ਦੇਣ ਦੇ ਵਿੱਚ ਮੈਨੂੰ ਲੱਗਦਾ NIA ਕਾਮਯਾਬ ਹੋ ਰਹੀ ਹੈ, ਤੇ NIA ਦਾ ਇਹ ਜਿਹੜਾ ਐਕਸ਼ਨ ਹੈ, ਮੈਂ ਇਸ ਨੂੰ ਵੈਲਕਮ ਐਕਸ਼ਨ ਕਹਾਂਗਾ। ਆਪਾਂ ਪੁੱਛ ਕੇ ਦੇਖੀਏ ਉਹਨਾਂ ਮਾਵਾਂ ਤੋਂ, ਉਹਨਾਂ ਭੈਣਾਂ ਤੋਂ ਤੇ ਉਹਨਾਂ ਮਾਪਿਆਂ ਤੋਂ, ਪਿਤਾਵਾਂ ਤੋਂ ਜਿਨ੍ਹਾਂ ਦੇ ਬੱਚਿਆਂ ਨੂੰ ਗੋਲੀਆਂ ਮਾਰਤੀਆਂ ਗਈਆਂ, ਉਹ ਲੋਕ ਜੋ ਕਿ ਅੱਜ ਵੀ ਦਹਿਸ਼ਤ ਦੇ ਡਰ ਦੇ ਸਾਏ ਹੇਠ ਇਹਨਾਂ ਗੈਂਗਸਟਰਾਂ, ਇਹਨਾਂ ਕ੍ਰਿਮੀਨਲਸ ਦੇ ਕਿਸੇ ਵੀ ਅਨਟ੍ਰੇਸੇਬਲ ਜਾਂ ਕਿਸੇ ਵਿਦੇਸ਼ ਦੇ ਨੰਬਰ ਤੋਂ ਫੋਨ ਆਉਣ ਤੋਂ ਵੀ ਡਰਦੇ ਨੇ। ਕਿਸ ਤਰੀਕੇ ਦੇ ਦਹਿਸ਼ਤ ਦਾ ਮਾਹੌਲ ਪੰਜਾਬ ਦੇ ਵਪਾਰੀ ਭਾਈਚਾਰੇ ਦੇ ਵਿੱਚ ਹੈ। ਜਿਹੜੇ ਲੋਕਾਂ ਨੂੰ ਕਾਲਾਂ ਆਉਂਦੀਆਂ ਨੇ, ਹਰ ਬੰਦਾ ਆਪਣਾ ਦੁੱਖੜਾ ਬਿਆਨ ਨਹੀਂ ਕਰ ਸਕਦਾ।
ਲੇਕਿਨ ਵਿਦੇਸ਼ਾਂ ਵਿੱਚੋਂ ਬੈਠ ਕੇ ਵੀ ਪੰਜਾਬ ਦੇ ਲੋਕਾਂ ਦੀ ਨੀਂਦ ਹਰਾਮ ਕਰਨ ਦੇ ਵਿੱਚ ਇਹਨਾਂ ਕ੍ਰਿਮੀਨਲਸ ਦੀ ਨੇ ਕੋਈ ਕਸਰ ਨਹੀਂ ਛੱਡੀ ਹੋਈ ਹੈ। ਸੋ ਜਿੰਨੀ ਸਖਤ ਕਾਰਵਾਈ ਹੁੰਦੀ ਹੈ ਮੈਨੂੰ ਲੱਗਦਾ ਵੈਲਕਮ ਹੈ। ਗਰਾਊਂਡ ਦੇ ਉੱਤੇ ਕੁਝ ਅਸਰ ਅਜਿਹੀ ਕਾਰਵਾਈ ਜ਼ਰੂਰ ਛੱਡੇਗੀ। ਸੋ ਅੱਜ ਦੀ ਇਸ ਰਿਪੋਰਟ ਦੇ ਵਿੱਚ ਮੈਂ ਇਹੀ ਗੱਲਾਂ ਬਾਤਾਂ ਕੁਝ ਕਰਨੀਆਂ ਚਾਹੁੰਦਾ ਸੀ ਕਿਉਂਕਿ ਡਿਵੈਲਪਮੈਂਟ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਸੀ, ਲੇਕਿਨ ਆਪਾਂ ਇਸ ਨੂੰ ਨਹੀਂ ਵਿਚਾਰ ਕਰ ਪਾਏ। ਲੈਣੇ ਇਜਾਜ਼ਤ, ਤੁਹਾਡੇ ਤੋਂ ਇੱਕ ਹੋਰ ਵੀਡੀਓ ਰਿਪੋਰਟ ਲੈ ਕੇ ਫੇਰ ਛੇਤੀ ਹਾਜ਼ਰ ਹੋਵਾਂਗਾ। ਬਹੁਤ ਬਹੁਤ ਸ਼ੁਕਰੀਆ ਇਸ ਰਿਪੋਰਟ ਨੂੰ ਵੇਖਣ ਲਈ।